ਤੁਸੀਂ ਸਾਨੂੰ ਆਮ ਕਰਕੇ ਕਹਿ ਦਿੰਦੇ ਹੋ ਕਿ ਅਕਾਲ ਤਖਤ ਸਾਹਿਬ ਮੈਂ ਢਵਾਇਆ। ਜਦੋਂ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਹੈ ਕੇਂਦਰ ਦੀ ਹਕੂਮਤ ਨੇ, ਉਸ ਤੋਂ ਬਾਅਦ ਉਹਦੇ ਕੋਲੋਂ ਢੱਠੇ ਹੋਏ ਅਕਾਲ ਤਖਤ ਸਾਹਿਬ ਦੀ ਲਿਪਾ ਪੋਚੀ ਕਰਵਾਈ ਜਾਵੇ। ਨਾ ਉਹਦੇ ਲਈ ਕੋਈ ਰਵਾਇਤਾਂ ਦਾ ਧਿਆਨ ਰੱਖਿਆ ਗਿਆ, ਨਾ ਉਹਦੇ ਲਈ ਕੋਈ ਮਰਿਆਦਾ ਤੇ ਨਾ ਉਹਦੇ ਲਈ ਕੋਈ ਮਟੀਰੀਅਲ ਦਾ ਹੀ। ਸਿੱਖਾਂ ਨੂੰ ਐਂਟਰ ਨਾ ਹੋਣ ਦਿੱਤਾ ਜਾਵੇ ਅੰਦਰ, ਜਿੰਨੀ ਦੇਰ ਤੱਕ ਅਕਾਲ ਤਖਤ ਦੀ ਇਮਾਰਤ ਬਾਹਰੋਂ ਜਿਹੜੀ ਦੁਬਾਰਾ ਲਿਪ ਪੋਚ ਕੇ ਉੱਦਾਂ ਦੀ ਹੀ ਨਾ ਬਣਾ ਦਿੱਤੀ ਜਾਵੇ। ਇਹ ਜਿਹੜਾ ਸਿੱਖਾਂ ਦੇ ਵਿੱਚ ਜਿਹੜਾ ਵਿਰੋਧ ਸੀਗਾ, ਜਿਹੜਾ ਰੋਸ ਸੀਗਾ, ਉਹਨੂੰ ਜਲਦੀ ਤੋਂ ਜਲਦੀ ਇੰਦਰਾ ਗਾਂਧੀ ਖਤਮ ਕਰਨਾ ਚਾਹੁੰਦੀ ਸੀ। ਇੱਕ ਪਾਸੇ ਸਰਕਾਰ ਆਪ ਢਾ ਰਹੀ ਹੈ, ਹਾਂਜੀ, ਦੂਜੇ ਪਾਸੇ ਸਰਕਾਰ ਬਣਾ ਰਹੀ ਹੈ। ਇਹ ਪਾਲਿਸੀ ਕੀ ਸਮਝ ਤੋਂ ਬਾਹਰ ਹੈ। ਅੱਜ ਦੇ ਭਾਜਪਾ ਆਗੂ ਵੀ ਸ਼ਾਮਲ ਸੀ, ਅਡਵਾਨੀ ਵਰਗੇ ਤੇ ਹੋਰ ਬਹੁਤ ਵੱਡੇ ਲੀਡਰ ਜੋਸ਼ੀ ਵਰਗੇ, ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਿਸਗਾਈਡ ਕੀਤਾ ਸੀ। ਉਹਦੇ ਭਲੇਵੇਂ ਇਹ ਇੱਕ ਜਿਹੜੀ ਇਮਾਰਤ ਸੀ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਅਕਾਲ ਤਖਤ ਸਾਹਿਬ ਸਿੱਖਾਂ ਦਾ ਰੂਹੇ ਰਵਾਂ ਆ, ਸਿੱਖਾਂ ਦੀ ਦਿਲ ਵਾ, ਸਿੱਖਾਂ ਦੀ ਜਿੰਦ ਜਾਨ ਆ। ਸੁਬਰਮਨਿਅਮ ਸਵਾਮੀ ਨੇ ਵੀ ਉਹਨੂੰ ਕਿਹਾ ਸੀ ਵੀ ਤੂੰ ਸਿੱਖਾਂ ਨੂੰ ਜਾਣਦੀ ਨਹੀਂ, ਇਹ ਪੀੜ੍ਹੀਆਂ ਤੱਕ ਤੇਰਾ ਪਿੱਛਾ ਨਹੀਂ ਛੱਡਣਗੇ। ਨਸ਼ਾ ਕਰਨ ਵਾਲੇ ਲੋਕ ਜਿਹੜੇ ਸੀਗੇ ਉਹ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਜਿਹੜੀ ਸੀ ਉਹ ਸਾਰੀ ਜਿਹੜੀ ਸੀ ਉਹ ਕਰਦੇ ਰਹੇ। ਇਛਾਵਾਂ ਸਰਕਾਰ ਦੀਆਂ ਇਹ ਸੀ ਕਿ ਜਲਦੀ ਤੋਂ ਜਲਦੀ ਸਿੱਖਾਂ ਦਾ ਰੋਸ ਖਤਮ ਕੀਤਾ ਜਾਵੇ। ਇੱਕਦਮ ਤੇ ਨਹੀਂ ਸੰਪਰਕ ਦੇ ਵਿੱਚ ਆਏ ਹੋਣਗੇ, ਤਾਂ ਮਤਲਬ ਇਸ ਤੋਂ ਪਹਿਲਾਂ ਵੀ ਸੰਪਰਕ ਦੇ ਵਿੱਚ ਰਹਿੰਦੇ ਹੋਣਗੇ। ਪਹਿਲਾਂ ਵੀ ਦੇਖੋ, ਜਦੋਂ ਦਰਬਾਰ ਸਾਹਿਬ ਵਿੱਚ ਸੰਤਾਂ ਦੇ ਵੇਲੇ ਤੋਂ ਹੀ ਉਹ ਕਾਂਗਰਸ ਦੇ ਵਿੱਚ ਦੇ ਨਾਲ ਸੰਪਰਕ ਵਿੱਚ ਸੀ ਲਗਾਤਾਰ। ਤੇ ਉਸ ਤੋਂ ਬਾਅਦ ਜਿਹੜੀ ਸੇਵਾ ਆ, ਉਹਨਾਂ ਨੇ ਕਹਿ ਦਿੱਤਾ ਕਿ ਮੈਂ ਇਹ ਸੇਵਾ ਲੈਣਾ ਵਾ, ਉਹਦਾ ਸਾਰਾ ਖਰਚਾ ਕਿਹਨੇ ਕੀਤਾ? ਸਰਕਾਰ ਨੇ। ਕਿ ਇਹ ਤਖਤ ਦੀ ਜਿਹੜੀ ਕਾਰ ਸੇਵਾ ਕਰਾਈ ਆ, ਇਹ ਤਾਂ ਸਾਡੇ ਮੂੰਹ ਤੇ ਇੱਕ ਤਮਾਚਾ ਆ। ਜਦੋਂ ਅਸੀਂ ਤੁਹਾਡੇ ਨਾਲ ਅਕਸਰ ਬੈਠਦੇ ਹਾਂ, ਆਫ ਰਿਕਾਰਡ ਗੱਲ ਕਰਦੇ ਹਾਂ, ਤੇ ਤੁਸੀਂ ਸਾਨੂੰ ਆਮ ਕਰਕੇ ਕਹਿ ਦਿੰਦੇ ਹੋ ਕਿ ਅਕਾਲ ਤਖਤ ਸਾਹਿਬ ਮੈਂ ਢਵਾਇਆ ਜੀ। ਤੇ ਅਕਾਲ ਤਖਤ ਸਾਹਿਬ ਜਦੋਂ ਢਾਇਆ ਗਿਆ, ਇਮਾਰਤ ਢਾਈ ਗਈ, ਕਿਉਂਕਿ ਸਿਧਾਂਤ ਤੇ ਕਦੀ ਵੀ ਕੋਈ ਟੈਟੇਰੀ ਨਹੀਂ ਨਾ ਕਰ ਸਕਦਾ। ਜਦੋਂ ਇਮਾਰਤ ਢਾਈ ਗਈ, ਅਕਾਲ ਤਖਤ ਸਾਹਿਬ ਢਾਇਆ ਗਿਆ, ਤੇ ਉਸ ਵੇਲੇ ਅੱਜ ਤੱਕ ਸਿੱਖਾਂ ਦੇ ਮਨਾਂ ਦੇ ਵਿੱਚ ਰੋਹ ਹੈ ਵੀ ਉਸ ਸਮੇਂ ਦੀ ਹਕੂਮਤ ਨੇ, ਵਕਤ ਦੇ ਹਾਕਮਾਂ ਨੇ ਅਕਾਲ ਤਖਤ ਸਾਹਿਬ ਟੈਟੇਰੀ ਕੀਤਾ। ਤੇ ਜਦੋਂ ਤੁਹਾਡੇ ਵਰਗੀ ਸ਼ਖਸੀਅਤ ਉੱਠ ਕੇ ਗੱਲ ਕਹਿ ਦਿੰਦੀ ਹੈ ਕਿ ਅਕਾਲ ਤਖਤ ਸਾਹਿਬ ਮੈਂ ਢਵਾਇਆ, ਤੇ ਫਿਰ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਬੜੀ ਪ੍ਰਕਾਰ ਦੀ ਸ਼ੰਕੇ ਆਉਣਗੇ। ਮੈਂ ਚਾਹਾਂਗਾ ਉਸ ਪੂਰਾ ਮਾਮਲਾ ਕਲੀਅਰ ਕਰ ਦਿਓ ਵੀ ਉਹ ਮੈਟਰ ਕੀ ਹੈ। ਅਸਲ ਵਿੱਚ ਮਹੂ ਜੀ ਗੱਲ ਇਹ ਆ ਕਿ ਖੈਰ ਮੈਂ ਤਾਂ ਕੌਣ ਹੁੰਦਾ ਆ, ਇਹ ਤਾਂ ਮੈਂ ਸੁਭਾਵਿਕ ਆਪਾਂ ਗੱਲਾਂ ਦੇ ਵਿੱਚ ਗੱਲ ਕਰਦੇ ਨੇ, ਕਿਉਂਕਿ ਮਨੁੱਖ ਆ ਤੇ ਅਸੀਂ ਨਿੱਜ ਤੋਂ ਹੀ ਗੱਲ ਤੋਰ ਲੈਂਦੇ ਹਾਂ। ਵੈਸੇ ਜੋ ਕੁਝ ਵੀ ਕਰਵਾਇਆ, ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡੇ ਨਾਂ ਅਕਾਲ ਤਖਤ ਦੇ ਇਤਿਹਾਸ ਦੇ ਵਿੱਚ ਮੇਰਾ ਨਾਂ ਜੁੜ ਜਾਣਾ, ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਕਿਰਪਾ ਦਾ ਸਦਕਾ। ਲੇਕਿਨ ਢਵਾਉਣ ਦਾ ਮਕਸਦ ਜਿਹੜਾ ਆ, ਤੁਸੀਂ ਗੱਲ ਜਿਹੜੀ ਕੀਤੀ ਹੈ ਥੋੜ੍ਹੀ, ਉਹ ਮਕਸਦ ਇਹ ਆ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਹੈ ਕੇਂਦਰ ਦੀ ਹਕੂਮਤ ਨੇ, ਕੇਂਦਰ ਦੀ ਫੌਜ ਨੇ, ਤਾਂ ਜੂਨ 84 ਵਿੱਚ ਸ੍ਰੀ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿੱਤਾ ਜੀ। ਉਸ ਤੋਂ ਬਾਅਦ ਉਹਦੇ ਕੋਲੋਂ ਢੱਠੇ ਹੋਏ ਅਕਾਲ ਤਖਤ ਸਾਹਿਬ ਦੀ ਲਿਪਾ ਪੋਚੀ ਕਰਵਾਈ ਜਾਵੇ। ਉਹ ਚਿਹਰਾ ਜਿਹੜਾ ਉਹਨਾਂ ਲੱਭਿਆ ਉਹ ਸੀਗਾ ਸੰਤਾ ਸਿੰਘ ਨਿਹੰਗ, ਬੁੱਢਾ ਦਲ ਦਾ ਜੀ। ਸੋ ਉਹਦੇ ਕੋਲੋਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਿਹੜੀ ਇਮਾਰਤ ਜਿਹੜੀ ਪੂਰੀ ਤਰ੍ਹਾਂ ਤਹਿਸ਼ ਨਹਿਸ਼ ਹੋ ਗਈ ਸੀ, ਉਹਨੂੰ ਕਾਹਲੀ ਦੇ ਵਿੱਚ ਜਿਹੜੀ ਉਹਦੀ ਲਿਪਾ ਪੋਚੀ ਕੀਤੀ ਗਈ। ਉਹ ਨਾ ਉਹਦੇ ਲਈ ਕੋਈ ਰਵਾਇਤਾਂ ਦਾ ਧਿਆਨ ਰੱਖਿਆ ਗਿਆ, ਨਾ ਉਹਦੇ ਲਈ ਕੋਈ ਮਰਿਆਦਾ ਤੇ ਨਾ ਉਹਦੇ ਲਈ ਕੋਈ ਕਹਿ ਸਕਦੇ ਮਟੀਰੀਅਲ ਦਾ ਹੀ, ਕਿ ਇਹ ਇਮਾਰਤ ਜਿਹੜੀ ਹੈ। ਸੰਤਾ ਸਿੰਘ ਜੀ ਨੂੰ ਮਰਿਆਦਾ ਦਾ ਨਹੀਂ ਸੀ ਪਤਾ ਵੀ ਮਰਿਆਦਾ ਕੀ ਹੁੰਦੀ ਹੈ। ਜੇ ਉਹਨੂੰ ਮਰਿਆਦਾ ਦਾ ਪਤਾ ਹੁੰਦਾ ਤਾਂ ਉਹ ਪੂਰੀ ਕੌਮ ਨੂੰ ਇੱਕ ਪਾਸੇ ਸੁੱਟ ਕੇ ਤੇ ਉਹ ਸਰਕਾਰ ਦੇ ਆਖੇ ਲੱਗ ਕੇ ਅਕਾਲ ਤਖਤ ਸਾਹਿਬ ਦੀ ਜਦੋਂ ਹੁਕਮ ਸੀਗਾ ਕਿ ਕੋਈ ਸਾਰੇ ਪੰਥ ਦਾ ਕਿ ਕੋਈ ਵੀ ਇਹਦੀ ਜਿਹੜੀ ਆ ਉਹ ਨਹੀਂ ਇਸ ਤਰ੍ਹਾਂ ਕਰਾਏਗਾ, ਕਿਉਂਕਿ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਉਨੀ ਦੇਰ ਤੱਕ ਸਿੱਖਾਂ ਨੂੰ ਐਂਟਰ ਨਾ ਹੋਣ ਦਿੱਤਾ ਜਾਵੇ ਅੰਦਰ, ਜਿੰਨੀ ਦੇਰ ਤੱਕ ਅਕਾਲ ਤਖਤ ਦੀ ਇਮਾਰਤ ਬਾਹਰੋਂ ਜਿਹੜੀ ਦੁਬਾਰਾ ਲਿਪ ਪੋਚ ਕੇ ਉੱਦਾਂ ਦੀ ਹੀ ਨਾ ਬਣਾ ਦਿੱਤੀ ਜਾਵੇ। ਕਿਉਂਕਿ ਕਾਰਨ ਇਹ ਸੀ ਕਿ ਜਦੋਂ ਵੀ ਕੋਈ ਸਿੱਖ ਦਰਬਾਰ ਸਾਹਿਬ ਜਾਂਦਾ ਸੀ ਤੇ ਉਹ ਭੁੱਬਾਂ ਮਾਰ ਮਾਰ ਕੇ ਰੋਂਦਾ ਸੀ ਅਕਾਲ ਤਖਤ ਢੱਠੇ ਵੱਲ ਵੇਖ ਕੇ। ਇਹ ਜਿਹੜਾ ਸਿੱਖਾਂ ਦੇ ਵਿੱਚ ਜਿਹੜਾ ਵਿਰੋਧ ਸੀਗਾ, ਜਿਹੜਾ ਰੋਸ ਸੀਗਾ, ਉਹਨੂੰ ਜਲਦੀ ਤੋਂ ਜਲਦੀ ਇੰਦਰਾ ਗਾਂਧੀ ਖਤਮ ਕਰਨਾ ਚਾਹੁੰਦੀ ਸੀ। ਉਹਨੂੰ ਅਕਾਲ ਤਖਤ ਦੀ ਲਿਪਾ ਪੋਚੀ ਕਰਕੇ, ਉਹਨੂੰ ਜ਼ਖਮੀ ਦੀਵਾਰਾਂ ਨੂੰ ਥੋੜ੍ਹਾ ਬਹੁਤ ਪੋਚਾ ਫੇਰ ਕੇ ਕਿ ਦੇਖਣ ਨੂੰ ਲੱਗੇ ਵੀ ਠੀਕ ਹੈ। ਸੋ ਇਸ ਕਰਕੇ ਇੱਕ ਪਾਸੇ ਸਰਕਾਰ ਆਪ ਢਾ ਰਹੀ ਹੈ, ਹਾਂਜੀ, ਦੂਜੇ ਪਾਸੇ ਸਰਕਾਰ ਬਣਾ ਰਹੀ ਹੈ। ਇਹ ਪਾਲਿਸੀ ਕੀ ਸਮਝ ਤੋਂ ਬਾਹਰ ਹੈ। ਇਹ ਨਹੀਂ, ਪਹਿਲਾਂ ਜਦੋਂ ਸਰਕਾਰ ਨੇ ਢਾਇਆ
ਉਹਨੂੰ ਇਹ ਇਲਮ ਹੀ ਨਹੀਂ ਸੀ ਸਰਕਾਰ ਨੂੰ, ਕਿਉਂਕਿ ਆਮ ਤੌਰ ਦੇ ਉੱਤੇ ਮੈਂ ਸਮਝਦਾ ਜਿਹਦੇ ਵਿੱਚ ਅੱਜ ਦੇ ਭਾਜਪਾ ਆਗੂ ਵੀ ਸ਼ਾਮਲ ਸੀ, ਅਡਵਾਨੀ ਵਰਗੇ ਤੇ ਹੋਰ ਬਹੁਤ ਵੱਡੇ ਲੀਡਰ ਜੋਸ਼ੀ ਵਰਗੇ, ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਿਸਗਾਈਡ ਕੀਤਾ ਸੀ। ਉਹਦੇ ਭਲੇਵੇਂ ਇਹ ਇੱਕ ਜਿਹੜੀ ਇਮਾਰਤ ਸੀ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਅਕਾਲ ਤਖਤ ਸਾਹਿਬ ਸਿੱਖਾਂ ਦਾ ਰੂਹੇ ਰਵਾਂ ਆ, ਸਿੱਖਾਂ ਦੀ ਦਿਲ ਵਾ, ਸਿੱਖਾਂ ਦੀ ਜਿੰਦ ਜਾਨ ਆ। ਉਹਦੇ ਬਾਰੇ ਉਹਨੂੰ ਇਲਮ ਨਹੀਂ ਸੀ, ਉਹ ਸਿੱਖ ਇਤਿਹਾਸ ਨੂੰ ਜਾਣਦੀ ਨਹੀਂ ਸੀ। ਜਦੋਂ ਅਕਾਲ ਤਖਤ ਢਹਿ ਗਿਆ ਤਾਂ ਉਹਨੂੰ ਜਦੋਂ ਖਬਰਾਂ ਪਹੁੰਚੀਆਂ ਵੀ ਸਿੱਖ ਤਾਂ ਸਾਰਾ ਦਿਨ ਆਣ ਕੇ ਬਹਿ ਕੇ ਰੋਂਦੇ ਆ ਪ੍ਰਕਰਮਾਂ ਦੇ ਵਿੱਚ, ਹਾਂਜੀ। ਔਰ ਉਹ ਜਿਹੜੀ ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚੋਂ ਵੀ ਤੁਹਾਨੂੰ ਮਿਲਦਾ ਆ ਕਿ ਉਹ ਆਮ ਹੀ ਪਿੱਛੇ ਜੇ ਮੈਂ ਸੁਣ ਰਿਹਾ ਸੀ, ਉਹ ਜਿਹੜੇ ਸੁਬਰਾਮਨਿਅਮ ਸਵਾਮੀ ਵੀ ਕਹਿੰਦਾ ਕਿ ਉਹ ਇੰਦਰਾ ਗਾਂਧੀ ਉਹਨੂੰ ਕਿਹਾ ਵੀ ਮੈਨੂੰ ਇਹ ਪਤਾ ਹੀ ਨਹੀਂ ਸੀ। ਸੁਬਰਾਮਨਿਅਮ ਸਵਾਮੀ ਨੇ ਵੀ ਉਹਨੂੰ ਕਿਹਾ ਸੀ ਵੀ ਤੂੰ ਸਿੱਖਾਂ ਨੂੰ ਜਾਣਦੀ ਨਹੀਂ, ਇਹ ਪੀੜ੍ਹੀਆਂ ਤੱਕ ਤੇਰਾ ਪਿੱਛਾ ਨਹੀਂ ਛੱਡਣਗੇ, ਤੂੰ ਜਿਹੜਾ ਗਲਤ ਕੰਮ ਨਾ ਕਰ। ਪਰ ਉਹਨੇ ਇਹ ਕੰਮ ਕਰ ਲਿਆ। ਉਹਨੂੰ ਇਸ ਗੱਲ ਦਾ ਬਾਅਦ 'ਚ ਅਹਿਸਾਸ ਹੋਇਆ ਜਦੋਂ ਸਿੱਖਾਂ ਨੂੰ ਉਹਨੇ ਰੋਂਦਿਆਂ ਦੇਖਿਆ ਤੋਂ ਹੱਥੜੀ ਮਾਰ ਕੇ। ਜਿਹੜੇ ਕਿ ਸਿੱਖ ਜਿਹੜੇ ਸੀ ਉੱਥੋਂ ਦੇਖਣ ਜਾਂਦੇ ਸੀ ਤੇ ਉਹ ਹਫਤਾ ਉੱਥੇ ਹੀ ਰਹਿ ਕੇ ਤੇ ਰੋਂਦੇ ਰਹਿੰਦੇ ਸੀ ਬੈਠੇ ਸਾਰਾ ਦਿਨ ਪ੍ਰਕਰਮਾਂ ਦੇ ਵਿੱਚ, ਜਿਨ੍ਹਾਂ 'ਚ ਮੈਂ ਖੁਦ ਇੱਕ ਵਾਰ ਮੈਂ ਗਿਆ ਵਾਂ ਤੇ 24 ਘੰਟੇ ਮੈਂ ਉੱਥੇ ਬੈਠਾ ਰੋਂਦਾ ਰਿਹਾ ਵਾਂ। ਸੋ ਇਸ ਕਰਕੇ ਉਹ ਚਾਹੁੰਦੀ ਸੀ ਕਿ ਕਿਸੇ ਤਰ੍ਹਾਂ ਇਹ ਸਿੱਖਾਂ ਦਾ ਜਿਹੜਾ ਰੋਸ ਆ ਇਹਨੂੰ ਜਲਦੀ ਤੋਂ ਜਲਦੀ ਮੈਂ ਖਤਮ ਕਰਾਂ। ਤਾਂ ਉਹਨੇ ਸੰਤਾ ਸਿੰਘ ਇੱਕ ਮੋਹਰਾ ਲੱਭਿਆ ਜਿਹਦੇ ਰਾਹੀਂ ਅਕਾਲ ਤਖਤ ਸਾਹਿਬ ਦੀ ਲਿਪਾਪੋਚੀ ਕੀਤੀ ਤੇ ਉਹਦੇ ਵਿੱਚ ਨਾਮ ਮਰਿਆਦਾ ਦਾ ਧਿਆਨ ਰੱਖਿਆ ਗਿਆ। ਈਵਨ ਜਿਹੜੇ ਸੀਗੇ ਨਸ਼ਾ ਕਰਨ ਵਾਲੇ ਲੋਕ ਜਿਹੜੇ ਸੀਗੇ ਉਹ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਜਿਹੜੀ ਸੀ ਉਹ ਸਾਰੀ ਜਿਹੜੀ ਸੀ ਉਹ ਕਰਦੇ ਰਹੇ। ਔਰ ਮੋਨੇ ਘੋਨੇ ਜਦੋਂ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਆ, ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਬਣਾਇਆ ਸਿਰਫ 3 ਵਿਅਕਤੀ ਜਿਹੜੇ ਉਹਦੇ 'ਚ ਸ਼ਾਮਲ ਹੋਏ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆਪ। ਕਿਸੇ ਨੂੰ ਹੋਰਨਾਂ ਨੂੰ ਇਜਾਜ਼ਤ ਨਹੀਂ ਸੀ ਉਹਦੇ ਵਿੱਚ। ਪੂਰਨ ਮਰਿਆਦਾ ਨਾਲ ਪੂਰਨ ਗੁਰਸਿੱਖ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵੱਡੇ ਗੁਰਸਿੱਖ ਕੌਣ ਹੋ ਸਕਦੇ। ਔਰ ਅਕਾਲ ਤਖਤ ਸਾਹਿਬ ਦੀ ਉਸਾਰੀ ਵੇਲੇ ਸੰਤਾ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੇ ਸੀਗੇ ਉਹ ਬਿਹਾਰ ਦੇ ਤੇ ਹੋਰ ਸਟੇਟਾਂ ਦੇ ਜਿਹੜੇ ਲੋਕ ਸੀ, ਮੈਂ ਕਿਸੇ ਨੂੰ ਇਸ ਕਰਕੇ ਨੀਵਾਂ ਨਹੀਂ ਜਾਣਦਾ, ਸਭ ਸਾਡੇ ਭਰਾ ਆ, ਪਰ ਉਹ ਮਰਿਆਦਾ ਦਾ ਧਿਆਨ ਨਾ ਰੱਖਿਆ ਗਿਆ ਬਿਲਕੁਲ ਹੀ। ਔਰ ਵੱਡੀ ਗੱਲ ਇਹ ਸੀ ਕਿ ਉਹਨੇ ਸਰਕਾਰ ਦੀਆਂ ਇਛਾਵਾਂ ਮੁਤਾਬਕ ਕੰਮ ਕੀਤਾ। ਇਛਾਵਾਂ ਸਰਕਾਰ ਦੀਆਂ ਇਹ ਸੀ ਕਿ ਜਲਦੀ ਤੋਂ ਜਲਦੀ ਸਿੱਖਾਂ ਦਾ ਰੋਸ ਖਤਮ ਕੀਤਾ ਜਾਵੇ, ਇਹ ਕੋਈ ਬਹੁਤ ਵੱਡਾ ਜਵਾਰ ਭਾਟਾ ਬਣ ਕੇ ਨਾ ਉਭਰੇ। ਕੀ ਸੰਤਾ ਸਿੰਘ ਜੀ ਇੱਕਦਮ ਤਾਂ ਨਹੀਂ ਸੰਪਰਕ ਦੇ ਵਿੱਚ ਆਏ ਹੋਣਗੇ? ਤਾਂ ਮਤਲਬ ਇਸ ਤੋਂ ਪਹਿਲਾਂ ਵੀ ਸੰਪਰਕ ਦੇ ਵਿੱਚ ਰਹਿੰਦੇ ਹੋਣਗੇ? ਪਹਿਲਾਂ ਵੀ ਦੇਖੋ, ਜਦੋਂ ਦਰਬਾਰ ਸਾਹਿਬ ਵਿੱਚ ਸੰਤਾਂ ਦੇ ਵੇਲੇ ਤੋਂ ਹੀ ਉਹ ਕਾਂਗਰਸ ਦੇ ਵਿੱਚ ਦੇ ਨਾਲ ਸੰਪਰਕ ਵਿੱਚ ਸੀ ਲਗਾਤਾਰ, ਕਿਉਂਕਿ ਉਹ ਬੂਟਾ ਸਿੰਘ ਦੇ ਰਾਹੀਂ ਉਹ ਇੰਦਰਾ ਗਾਂਧੀ ਦੇ ਸੰਪਰਕ ਵਿੱਚ ਲਗਾਤਾਰ ਹੀ ਚੱਲ ਰਹੇ ਸੀ ਪਹਿਲਾਂ ਤੋਂ ਹੀ। ਤੇ ਉਸ ਤੋਂ ਬਾਅਦ ਜਿਹੜੀ ਸੇਵਾ ਆ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਇਹ ਸੇਵਾ ਲੈਣਾ ਵਾ, ਉਹਦਾ ਸਾਰਾ ਖਰਚਾ ਕਿਹਨੇ ਕੀਤਾ? ਸਰਕਾਰ ਨੇ। ਅੱਛਾ, ਖਰਚਾ ਸਰਕਾਰ ਕਰ ਰਹੀ ਸੀ, ਸਾਰਾ ਇਹ ਰਹੇ ਸਨ, ਸਾਰਾ ਖਰਚਾ ਸਰਕਾਰ ਕਰ ਰਹੀ ਸੀ ਔਰ ਕਰਵਾ ਸੰਤਾ ਸਿੰਘ ਦੇ ਕੋਲੋਂ ਰਹੀ ਸੀ। ਔਰ ਇਹੀ ਗੱਲ ਸੀ ਜਿਹੜੀ ਕਿ ਅਸੀਂ ਸਮਝਦੇ ਸੀ ਕਿ ਸਿੱਖਾਂ ਦੇ ਮੱਥੇ ਦੇ ਉੱਤੇ ਇਹ ਸੇਵਾ ਜਿਹੜੀ ਆ ਸੰਤਾ ਸਿੰਘ ਕਰ ਰਿਹਾ, ਸਿੱਖਾਂ ਲਈ ਇੱਕ ਚੈਲੰਜ ਆ, ਸਿੱਖਾਂ ਲਈ ਇੱਕ ਇੱਜ਼ਤ ਅਣਖ ਦਾ ਸਵਾਲ ਆ ਕਿ ਅਕਾਲ ਤਖਤ ਸਾਹਿਬ ਸਾਡਾ ਢਾਵੇ ਵੀ ਸਰਕਾਰ ਆਪੇ, ਬਣਾਵੇ ਵੀ ਆਪੇ। ਤੇ ਨਾਲੇ ਅਕਾਲ ਤਖਤ ਸਾਹਿਬ ਦਾ ਸਿਧਾਂਤ ਹੀ ਇਹ ਆ ਵੀ ਅਕਾਲ ਤਖਤ ਸਾਹਿਬ ਬਣਾਇਆ ਹੀ ਕਿਉਂ ਗਿਆ ਸੀ। ਬਈ ਆਮ ਕਰਕੇ ਅਸੀਂ ਦਿੱਲੀ ਦੇ ਤਖਤ ਦੀ ਗੱਲ ਕਰਦੇ ਹਾਂ ਜਦੋਂ ਫੈਸਲੇ ਹੁੰਦੇ ਸੀ, ਫੈਸਲੇ ਸੁਣਾਏ ਜਾਂਦੇ ਸੀ। ਗੁਰੂ ਸਾਹਿਬ ਕਹਿੰਦੇ ਨਹੀਂ, ਅਸੀਂ ਕਿਸੇ ਤਖਤ ਦੀ ਪਰਵਾਹ ਨਹੀਂ ਕਰਦੇ, ਸਾਡਾ ਆਪਣਾ ਤਖਤ ਹੋਵੇਗਾ, ਅਸੀਂ ਆਪ ਫੈਸਲੇ ਦਿਆ ਕਰਾਂਗੇ। ਤੇ ਜੇ ਤਖਤ ਹੋਵੇ ਸਾਡਾ ਤੇ ਬਣਾਵੇ ਸਰਕਾਰ, ਫੈਸਲੇ ਸਾਡੇ ਕਿਵੇਂ ਹੋ ਸਕਦੇ? ਫੈਸਲੇ ਕਿਵੇਂ ਹੋ ਸਕਦੇ ਆ? ਜਦੋਂ ਇਹ ਸਰਕਾਰ ਨੇ ਤਖਤ ਬਣਾਇਆ ਤੇ ਉਹ ਗੱਲ ਜਿਹੜੀ ਸੀ ਸਾਡੇ ਦਿਮਾਗ ਦੇ ਵਿੱਚ, ਉਹ ਮੇਰੇ ਹੀ ਨਹੀਂ ਹਰੇਕ ਸਿੱਖ ਦੇ, ਜਿਉਂਦੀ ਜਾਗਦੀ ਜ਼ਮੀਰ ਵਾਲੇ ਸਿੱਖ ਦੇ ਦਿਮਾਗ ਵਿੱਚ ਸੀ ਕਿ ਇਹ ਤਖਤ ਦੀ ਜਿਹੜੀ ਕਾਰ ਸੇਵਾ ਕਰਾਈ ਆ, ਇਹ ਤਾਂ ਸਾਡੇ ਮੂੰਹ ਤੇ ਇੱਕ ਤਮਾਚਾ ਆ ਕਿ ਸਰਕਾਰ ਨੇ ਢਾਹ ਕੇ ਤੇ ਆਪਣੇ ਕਰਿੰਦੇ ਦੇ ਕੋਲੋਂ ਆਪਣੇ ਪੈਸੇ ਦੇ ਨਾਲ, ਕਿਉਂਕਿ ਅਸੀਂ ਸਿੱਖ ਇਹਨੂੰ 10 ਨੌਂ ਦੀ ਕਿਰਤ ਦੇ ਨਾਲ ਬਣਾਉਂਦਾ ਆ, ਆਪਣੇ ਮੰਦਰਾਂ ਨੂੰ, ਆਪਣੇ ਗੁਰਦੁਆਰਿਆਂ ਨੂੰ, ਆਪਣੇ ਤਖਤਾਂ ਨੂੰ। ਸੋ ਇਸ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਅਕਾਲ ਤਖਤ ਸਾਹਿਬ ਦੀ ਨਵ ਉਸਾਰੀ ਜਿਹੜੀ ਪੰਥ ਆਨ ਸ਼ਾਨ ਨਾਲ ਆਪਣੀਆਂ ਰਵਾਇਤਾਂ ਦੇ ਨਾਲ ਕਰੇਗਾ।